ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਿਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਕਰੀ ਵਖਿਆਣਾ। ਗੁਰ ਨਾਨਕ ਪਦ ਪੰਕਜ ਬੰਦਨ ਪਾਦ ਪੰਕਜ ਬੰਦਨ। ਸਿਮਰਾਂ ਅੰਗਦ ਦੁਖ ਨਿਕੰਦਨ, ਗੁਰ ਅਮਰਦਾਸ ਹਿਰਦੈ ਨਿਤ ਧਿਆਉ, ਹਿਰਦੈ ਨਿਤ ਧਿਆਉ। ਗੁਰ ਰਾਮਦਾਸ ਗੁਣ ਗਾਉ, ਗੁਰ ਅਰਜਨ ਬਿਘਨ ਕੇ ਨਾਸਕ, ਬਿਘਨ ਕੇ ਨਾਸਕ। ਗੁਰ ਹਰਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਾਮ ਓੰਕਾਰ ਜੋਰੀ, ਨਾਮ ਓੰਕਾਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਗੁਰ ਗੋਬਿੰਦ ਸਿੰਘ ਬਿਸਾਲਾ, ਤਰੁ ਤਾਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼, ਤਰੁ ਤਾਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਜੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਣ ਸੋਏ। ਏਕ ਓੰਕਾਰ ਸਤਿਗੁਰੂ
ਜੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਗਨ ਬਿਨਾਸਣ ਸੋਏ। ਵਾਹਿਗੁਰੂ ਜੀ। ਦੋਹਰਾ ਰਾਮ ਕੁਇਰ ਇਸ ਭਾਤ ਭਾ। ਟਿਗ ਦਸਵੇਂ ਪਾਤਸ਼ਾਹ। ਬਹੁਤ ਵਾਰਤਾ ਤਬ ਕਰੀ। ਆਗੇ ਸੁਣੀਐ ਤਾ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜਾਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਸ੍ਰੀ ਗੁਰਪ੍ਰਤਾਪ ਸੂਰਜ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਰਾਮ ਕੁਇਰ ਇਸ ਭਾਂਤ ਭਾ। ਟਿਗ ਦਸਵੇਂ ਪਾਤਸ਼ਾਹ। ਕਵੀ ਸੰਤੋਖ ਸਿੰਘ ਜੀ ਅਗਲਾ ਅਧਿਆਇ ਸ਼ੁਰੂ ਕਰਦੇ ਅੱਗੇ ਲਿਖ ਰਹੇ ਨੇ ਕਿ ਜਿਵੇਂ ਪਿਛਲੇ ਚੌਥੇ ਅਧਿਆਇ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ, ਭਾਈ ਰਾਮ ਕੁਇਰ ਜੀ ਜਿਵੇਂ ਲਾਹੌਰ ਤੋਂ ਉਸ ਅੜਬ ਘੋੜੇ ਦੇ ਉੱਤੇ ਇੱਕ ਪਾਸੇ ਦੋਵੇਂ ਚਰਨ ਕਰਕੇ ਸਵਾਰ ਹੋ ਕੇ ਆਏ, ਆਪਣੇ ਨਗਰ ਪਿੰਡ ਰਮਦਾਸ ਦੇ ਵਿੱਚ ਆ ਗਏ ਨੇ। ਇੱਥੇ ਸੰਗਤਾਂ ਆ ਕੇ ਦਰਸ਼ਨ ਦਿਦਾਰੇ ਕਰਦੀਆਂ ਨੇ। ਹੁਣ ਅਗਲੇ 5ਵੇਂ ਅਧਿਆਇ ਵਿੱਚ ਕਵੀਰਾਜ ਜੀ ਲਿਖਦੇ ਨੇ ਕਿ ਇਸ ਢੰਗ ਦੇ ਨਾਲ ਭਾਈ ਰਾਮ ਕੁਇਰ ਜੀ ਜਿਹੜੇ ਨੇ ਉਹ 10ਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਵਿੱਚ ਉਹਨਾਂ ਦੇ ਨਾਲ ਹੀ ਰਹੇ। ਬਹੁਤ ਵਾਰਤਾ ਤਬ ਕਰੇ ਆਗੇ ਸੁਣੀਐ ਤਾਹੇ। ਤੇ 10ਵੇਂ ਪਾਤਸ਼ਾਹ ਜੀ ਦੇ ਨਾਲ ਕਿਵੇਂ ਰਹੇ, ਕਿਵੇਂ ਉਹਨਾਂ ਦੇ ਨਾਲ ਵਾਰਤਾਲਾਪ ਕੀਤੀ। ਕੁਝ ਬਿਰਤਾਂਤ ਉਹ ਨੇ, ਉਹ ਅੱਗੇ ਜਦੋਂ 10ਵੇਂ ਪਾਤਸ਼ਾਹ ਜੀ ਦਾ ਇਤਿਹਾਸ ਚੱਲੇਗਾ ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਫਿਰ ਉਹ ਅੱਗੇ ਜਾ ਕੇ ਸੁਣਾਵਾਂਗਾ। ਚੌਪਈ ਇਸ ਕੇ ਕਹੇ ਕਿਤਕ ਗੁਰ ਕਥਾ। ਸਰਬ ਸੁਣਾਵਹੁ ਮਮਤ ਜਥਾ। ਭਾਈ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੀ ਭਾਈ ਰਾਮ ਕੁਇਰ ਜੀ ਦੀ ਇਹ ਕਥਾ ਕਹੀ ਹੈ, ਇਹ ਮੈਂ ਸਾਰੀ ਅੱਗੇ ਵੀ ਸੁਣਾਵਾਂਗਾ ਜਿਵੇਂ ਸਮਝ ਵਿੱਚ ਆਏਗੀ। ਮਣੀ ਸਿੰਘ ਭੈ ਬੁੱਧਵਾਨ ਤਿਨੋਂ ਬਰਤੰਤ ਜੋ ਕੀਨ ਬਖਾਨ। ਹੁਣ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਅੱਗੇ ਜਿਵੇਂ ਭਾਈ ਰਾਮ ਕੁਇਰ ਜੀ ਨੇ ਫਿਰ ਕਥਾ ਸਾਰੀ ਲਿਖਵਾਈ, ਇਹ ਕਥਾ ਦਾ ਜਿਵੇਂ ਮੁੱਢ ਵੱਜਦਾ ਹੈ ਕਿ ਭਾਈ ਮਣੀ ਸਿੰਘ ਜੀ ਉਹ ਬੜੇ ਬੁੱਧੀਵਾਨ ਸਨ, ਬੜੇ ਸਿਆਣੇ ਸਨ, ਵਿਦਵਾਨ ਸਨ। ਕੁਝ ਜਿਹੜਾ ਭਾਈ ਮਣੀ ਸਿੰਘ ਜੀ ਨੇ ਬਰਤਾਂਤ ਕਿਹਾ ਜਾਂ ਉਹਨਾਂ ਨੇ ਲਿਖਿਆ, ਉਹਨਾਂ ਦੀ ਲਿਖਤ ਮਿਲੀ। ਇਸ ਸੁਭ ਗ੍ਰੰਥ ਵਿਖੇ ਮੈਂ ਕਹੂੰ, ਸਿਰ ਗੁਰ ਸੋ ਜਸ ਜਹਾਂ ਤੇ ਲਹੂੰ। ਉਹ ਭਾਈ ਮਣੀ ਸਿੰਘ ਜੀ ਦੀ ਲਿਖਤ ਵੀ ਇਸ ਗ੍ਰੰਥ ਦੇ ਵਿੱਚ ਮੈਂ ਕਵਿਤਾ ਰੂਪ ਦੇ ਵਿੱਚ ਬਣਾ ਕੇ ਲਿਖਾਂਗਾ। ਗੁਰੂ ਸਾਹਿਬਾਨਾਂ ਦਾ ਜਸ ਜਿੱਥੇ ਵੀ ਮੈਂ ਕਿਤੇ ਮੈਨੂੰ ਮਿਲਿਆ, ਜਿੱਥੇ ਵੀ ਕਿਤੇ ਵੇਖਿਆ, ਤਹ ਤੇ ਕਰੂੰ ਬਟੂਰਨ ਸਾਰੇ। ਕਿਤਕ ਸੁਣੀ ਸਿੱਖਣ ਮੁਖ ਦੁਆਰੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁਰੂ ਸਾਹਿਬ ਦਾ ਜਸ, ਉਹਨਾਂ ਦਾ ਇਤਿਹਾਸ ਕਥਾ ਜਿੱਥੋਂ ਵੀ ਮਿਲੀ
मैं इकट्ठे करता रहा। कुछ सिखां दे मुख तो सुनी, कुछ लिखत मिली, कुछ थावां ते जाके आप देखिया। सो सब इस मैं लिखूं बनाई, छंद बंद कर सुंदरताई। कवि संतोख सिंह कहते हैं वो सारी कथा इतिहास जिवें जिवें मिलिया वो सारिया कथावां इहदे विच सुंदर सोहणियां छंदाबंदी दे रूप विच मैं लिखांगा। कित कित अपरथान गुर कथा, सो मैं रचो देख हों जथा। कवि संतोख सिंह जी कहते हैं क्योंकि गुरु इतिहास की कथा जिथे किथे बहुत दूर तक सी, क्योंकि धन गुरु नानक देव सच्चे पातशाह जी वो जेडे 82,000 मील ये धरती का उन्होंने चक्कर लाया है। तो गुरु साहब की कथा कोई छोटी तो नहीं, जिथे जिथे गए बहुत वड्डी और बहुत थावां ते जिहड़ी कथा है वो जिन्नी जिन्नी जितों जिथे मिली मैं वो सारी लिखांगा। श्री गुर को इतिहास जगत में रल मिल रहे हो एक थल सब न है। कवि संतोख सिंह जी कहते हैं कि गुरु साहब का इतिहास संसार दे विच रलिया मिलिया पिया सी, क्योंकि जिवें किसी के चित्त विच आया उवें लिख दिता, जिथे किते पिया उत्थे पिया है। सारा इतिहास एक थां ते नहीं सी। जिम सिकता मैं है कंचन मिलै, बेण डावला लेत है भलै। हुण कवि संतोख सिंह जी कहते हैं वो सारा रलिया मिलिया इतिहास इकट्ठा करके एक थां ते लिखना, तो फिर लिखना भी उनदे विचों चुन चुन के है। ये काम इस तरह का सी जिवें रेत दे विच सोना खिलर जाए, तो फिर उस रेत दे विचों सोने के छोटे छोटे कणके जिहड़े अड्ड करने चुन चुन के करने बड़ा काम तो औखा है। इस तरह धन गुरु नानक साहब जी की कथा है कि जिहड़ी मैं चुन चुन के विचों छंदाबंदी के रूप में लिखनी है। तथा जगत ते मैं चुन लेऊं, कथा समस्त सो लख कर देऊं। जिवें रेत दे विचों सोना चुग लईदा है, इस तरह धन गुरु नानक साहब जी दे गुरु नानक साहब जी तो लैके गुरु गोबिंद सिंह साहब जी के इतिहास तक सारे इतिहास दे विचों जिहड़ा गुरमत दे अनुसार उन्होंने चुन चुन के मैं एक थां ते इकट्ठा करके लिखन लग्या। बाणी सफल करन ते कारण, करहूँ सतगुर सो जस उचारण। अपनी ये बाणी सफल करने वास्ते, एक कविता एक छंदाबंदी सफल करने वास्ते मैं सतगुरु धन गुरु नानक साहब सच्चे पातशाह जी का श्रेष्ठ जस जिहड़ा है वो उचारण करना है। जिम दादे बिकै कृत मिल रहा, करे मथन नीके सुभ लहै। हुण कवि संतोख सिंह जी लिखते हैं कि ये इतिहास नूं अड्ड करना, अड्ड करके फिर सारा एक थां ते लिखना। ये इस तरह है जिवें समुंदर नूं रिड़क के विचों रतन कड्ढने होण, और समुंदर नूं रिड़कना सौखा जिहा काम नहीं। धन गुरु नानक साहब का इतिहास भी समुंदर वर्गा है। तिम सतगुर को सो जस निकासूं, सब ते सुन एक थान प्रकासूं। कहते उस तरह सतगुरु का सो जस उन्होंने कीर्ति संसार दे विच प्रगट करांगा। वो सब तो सुन सुन के कितों पढ़ के कितों लिखत लैके वो एक थां ते प्रकाश करांगा। पूर्व मैं श्री नानक कथा, छंदन बिखै रचे मत जथा। ते कवि संतोख सिंह जी लिख रहे हैं कि इस तो पहला मैं धन गुरु नानक साहब जी की कथा लिखी है जिहड़ी आप सब ने सरवण की है। उस अनुसार ही अपने छोटे जे बुद्ध मत के मुताबिक छंदाबंदी दे विच मैं रचना की। इस तरह अगे रचना करांगा। रहो चाह तो गुरनन बिरतात, नह पायो तिसते पश्चात। कहते धन गुरु नानक साहब का इतिहास तो मैं लिख लिया, पर उस तो बाद 9 गुरु साहबान का इतिहास मैं लिखना चाहता सी।
पर उस तो बाद मैं लिख नहीं सकिया कि तू मिलिया नहीं। हुण अगे भाई राम कुंवर जी की जिहड़ी लिखत मिली है, ये तो इतिहास अगे लिखना है। इसके मन के सतगुरु जान, श्री गुरु गोबिंद सिंह कृपाला, गए देश तज एह जिस काला। कवि संतोख सिंह जी लिख रहे हैं कि जदों धन गुरु कलगीधर पातशाह जी पंजाब देश नूं छड्ड के चले गए सन, इस संसार रूपी देश नूं छड्ड के चले गए सन, गुरपुरी प्याना कर गए सन। मिलो तबे बिशरण नह चहियो, नित दर्शन करहो बच कहियो। कहते उदों भाई राम कुंवर जी सतगुरु जी नूं मिले सन हजूर साहब जाके, और भाई राम कुंवर जी कहते सन कि सतगुरु जी तुहाडे चरनां त शुरू तो लैके तुहाडे नाल रहा, तुहाडे तो विछड़ना नहीं चाहता, कि तुहाडे चरनां दे विच ही रहना। कहण तो भाव सी आप जी ने ज्योति जोत समाउणा है, ते सतगुरु जी मैं भी आप जी दे नाल ही समा जाना है। इसके मन के सतगुरु जान, किरपा धार इम कीन बखान। कहते भाई राम कुंवर ने भावें मुख तो सीधा ये तो नहीं कहा कि मैं शरीर छड्ड के चले जाना, ये बेनती की तुहाडे चरणों में ही रहना चाहता। धन गुरु कलगीधर पातशाह ने उदों भाई राम कुंवर के मन की जान के फिर ये बचन कहे सन। चढ़ो अखेर दर्श तह पै हो, अपने इच्छा पूर करे हो। सतगुरु जी कहते सन भाई राम कुंवर जी असीं कदे भी तुहाडे तो दूर नहीं, तुसीं हर रोज़ साडे दर्शन करना चाहुंदे हो। जदों भी शिकार खेडण नूं जाओगे उदों ही साडे दर्शन होया करनगे। भाई राम कुंवर जी बजुर्ग अवस्था में शिकार खेडण तां ही रोज़ जाते सन कि सतगुरु धन गुरु कलगीधर पातशाह दे दर्शन करने ने। उत्थे जाके अपनी इच्छा पूरी कर लिया करो, रोज़ ही दर्शन देंगे। सुन घर गयो आनंद मह मगन, गलगे धर के लागे लगन। कहते गुरु साहब जी के उदों बचन सुन के भाई राम कुंवर जी फिर अपने घर रमदास पिंड आ गए सन, कि गुरु साहब के चरणों के विच उदों दी लिव लगी हुई है। सिर सतगुर पह बिछड़ियो जब ते, चढ़े अखेर नेम कर तब ते कवि संतोख सिंह जी लिखते हैं कि भाई राम कुंवर जी जदों तो गुरु कलगीधर पातशाह जी तो विछड़े उदों तो इन्हां नेम बना लिया सी कि भावें बहाना शिकार दा सी, रोज़ ही शिकार खेडण जाना है, थोड़ा खेडण बहुता खेडण। और शिकार खेडण जदों ही जाना उदों गुरु कलगीधर पातशाह जी के दर्शन हुए। गमड़े वहर जाए उदयाना, दरसे सतगुरु कृपा निधाना। हर रोज़ बाहर जंगल से जाते सन और उत्थे 10वें पातशाह के दर्शन करते सन। जावद नह शरीर कहो त्याग्यो, तावद इसी नेम मह लाग्यो। भाई राम कुंवर जी ने जदों तक शरीर नहीं त्यागिया, कहते भाई राम कुंवर ने उदों तक ये नेम बनाया सी हर रोज़ जंगल में तो जाना ही है, शिकार थोड़ा खेडण बहुता खेडण पर जाना ही है। वहर अखेर वृत को जावै, करगे धर को दर्शन पावै। कहते भाई राम कुंवर जी बाहर शिकार खेडण जाते सन और गुरु कलगीधर पातशाह जी दे रोज़ दर्शन करते सन। अवचल नगर गए गुर जबै, सचखंड प्राप्त भेत बै। कहते जदों गुरु कलगीधर पातशाह जी अवचल नगर नूं गए, हजूर साहब नूं गए, उदों पिछों भी भाई राम कुंवर जी दर्शन इस तरह करते रहे। और जदों गुरु साहब जी सचखंड नूं गमन कर गए उदों भी भाई राम कुंवर जी इस तरह दर्शन करते सन। पर भाई राम कुंवर जदों वापस आ गए, मदर देश मह तिन ते पाछे, रहे जो सिंह रहत मह आछे। धन गुरु कलगीधर पातशाह जी के सचखंड गमन करने तो बाद गुरु के सिंह सूरमे
ਉਹ ਚੰਗੀ ਮਰਿਆਦਾ ਦੇ ਵਿੱਚ, ਸਿੱਖ ਰਹਿਤ ਮਰਿਆਦਾ ਦੇ ਵਿੱਚ ਪੰਜਾਬ ਦੇਸ਼ ਵਿੱਚ ਜਿਹੜੇ ਰਹਿੰਦੇ ਸਨ। ਸੋ ਇਨਕੇ ਦਰਸ਼ਨ ਕਹੋ ਗਏ, ਹਾਥ ਜੋੜ ਕਰ ਬੰਦਤ ਪਏ। ਉਹ ਸਿੰਘ ਜਿਹੜੇ ਨੇ ਉਹ ਭਾਈ ਰਾਮਕੁਇਰ ਜੀ ਦੇ ਦਰਸ਼ਨਾਂ ਵਾਸਤੇ ਗਏ। ਉਹਨਾਂ ਨੇ ਫਿਰ ਹੱਥ ਜੋੜ ਕੇ ਭਾਈ ਰਾਮਕੁਇਰ ਜੀ ਨੂੰ ਇਹ ਬੇਨਤੀ ਕੀਤੀ ਸੀ, ਰਹੇ ਨਿਕਟ ਕੁਰ ਸੋ ਜਸ ਉਚਾਰਤ, ਔਰ ਮੈਂ ਪਰਮ ਪ੍ਰੇਮ ਕੋ ਧਾਰਤ। ਸਿੰਘ ਕਹਿੰਦੇ ਨੇ ਕਿ ਭਾਈ ਜੀ, ਭਾਈ ਰਾਮਕੁਇਰ ਜੀ, ਤੁਸੀਂ ਬਚਪਨ ਤੋਂ ਲੈ ਕੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਰਹੇ ਹੋ। ਉਹਨਾਂ ਦਾ ਬੜਾ ਸੋਹਣਾ ਤੁਸੀਂ ਜਸ ਵੀ ਉਚਾਰਨ ਕਰਦੇ ਰਹੇ ਹੋ, ਉਹਨਾਂ ਦੇ ਇਤਿਹਾਸ ਬਾਰੇ ਵੀ ਜਾਣਦੇ ਹੋ, ਜੀਵਨ ਬਾਰੇ ਵੀ ਜਾਣਦੇ ਹੋ। ਦੇਖੋ ਕਹਾ ਚਲਤ ਕਰ ਗਏ, ਰਣ ਮਹਾੜ ਕਮਸ਼ਾਨ ਕਹੇ। ਸਿੰਘ ਬੜੇ ਪ੍ਰੇਮ ਦੇ ਵਿੱਚ ਬੇਨਤੀ ਕਰਦੇ ਹੋਏ ਕਹਿੰਦੇ ਨੇ ਕਿ ਵੇਖੋ ਗੁਰੂ ਸਾਹਿਬ ਜੀ ਕਿੱਥੇ ਚਲੇ ਗਏ, ਸੱਚਖੰਡ ਗਮਨ ਕਰ ਗਏ। ਏਡਾ ਵੱਡਾ ਇੱਥੇ ਰਣ ਦਾ ਮੈਦਾਨ ਦਾ ਜਿਹੜਾ ਸੀ, ਜੰਗ ਦਾ ਮੈਦਾਨ ਉਹਨਾਂ ਨੇ ਰਚਿਆ, ਏਡੇ ਏਡੇ ਯੁੱਧ ਕੀਤੇ। ਲੱਖੋ ਸ਼ਤਰਣ ਕੋ ਸੰਘਰ ਕੈ, ਪੰਥ ਖਾਲਸਾ ਉਤਪਤ ਕਰਕੇ। ਸਿੰਘ ਕਹਿੰਦੇ ਨੇ ਕਿ ਭਾਈ ਜੀ, ਤੁਸੀਂ ਤਾਂ ਜਾਣਦੇ ਹੋ, ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਖਾਲਸਾ ਪੰਥ ਪ੍ਰਗਟ ਕੀਤਾ, ਲੱਖਾਂ ਵੈਰੀਆਂ ਨੂੰ ਮਾਰ ਕੇ ਮੁਕਾਇਆ। ਹੱਥ ਪੇ ਚਾਰੋ ਸਾਹਿਬਜ਼ਾਦੇ, ਤੂੰ ਜੁਦ ਮਹਿ ਬਹੁ ਅਹਿਲਾਦੇ। ਭਾਵੇਂ ਗੁਰੂ ਸਾਹਿਬ ਜੀ ਦੇ ਚਾਰੇ ਸਾਹਿਬਜ਼ਾਦੇ ਸ਼ਹੀਦ ਹੋ ਗਏ, ਪਰ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਫਿਰ ਵੀ ਚੜ੍ਹਦੀ ਕਲਾ ਦੇ ਵਿੱਚ ਜੰਗ ਵੀ ਕਰਦੇ ਰਹੇ, ਉਹ ਚੜ੍ਹਦੀ ਕਲਾ ਦੇ ਵਿੱਚ ਹੀ ਰਹੇ। ਕਿਉਂਕਿ ਗੁਰੂ ਸਾਹਿਬ ਨੇ ਤਾਂ ਬਚਨ ਕਹੇ ਸਨ, ਦੁਨੀਆ ਨੂੰ ਭੁਲੇਖਾ ਸੀ ਚਾਰ ਨੇ, ਔਰ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਸਾਡੇ ਵੱਲ ਇਸ਼ਾਰਾ ਕਰਕੇ ਕਹਿੰਦੇ ਸਨ ਨਾ ਜੀ ਕਿ ਚਾਰ ਮੂਹੇ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਪਰ ਇਹ ਝਾਤੀ ਅਸੀਂ ਮਾਰਨੀ ਸਾਨੂੰ ਕਿਹਾ ਸੀ ਕਿ ਅਸੀਂ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਵਰਗੇ ਬੜੇ, ਔਰ ਸਾਡੇ ਕੋਲ ਬਹਾਨੇ ਬੜੇ ਨੇ, ਲੋ ਅਸੀਂ ਸਾਹਿਬਜ਼ਾਦੇ ਕਿਵੇਂ ਬਣ ਸਕਣੇ ਜੀ। ਉਹਨਾਂ ਦੀ ਤੇ ਆਤਮਿਕ ਅਵਸਥਾ ਹੀ ਬੜੀ ਉੱਚੀ ਸੀ। ਪਰ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਬਚਨਾਂ 'ਤੇ ਤਾਂ ਭਰੋਸਾ ਕਰੋ ਨਾ ਭਾਈ, ਉਹਨਾਂ ਤੇ ਸਾਨੂੰ ਵੀ ਆਪਣੇ ਸਾਹਿਬਜ਼ਾਦੇ ਬਣਾਇਆ ਹੈ। ਔਰ ਅਸੀਂ ਗੁਰੂ ਸਾਹਿਬ ਦੇ ਦੱਸੇ ਹੋਏ ਰਹਿਤ ਮਰਿਆਦਾ, ਜਿਹਦੇ ਵਿੱਚ ਕੋਈ ਬਹੁਤਾ ਕਰਨਾ ਵੀ ਕੁਝ ਨਹੀਂ, ਉਹਨੂੰ ਵੀ ਅੱਜ ਤੱਕ ਨਹੀਂ ਲਾਗੂ ਕਰ ਸਕੇ, ਅਪਣਾ ਹੀ ਨਹੀਂ ਸਕੇ। ਕਿਉਂ ਜੀ? ਕਹਿੰਦੇ ਦੁਨੀਆ ਵਾਲੇ ਕੀ ਕਹਿਣਗੇ। ਖੈਰ ਸਤਿਗੁਰੂ ਜੀ ਕਿਰਪਾ ਕਰਦੇ ਨੇ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਚਾਰੇ ਸਾਹਿਬਜ਼ਾਦੇ ਭਾਈ ਸਾਹਿਬ ਜੀ ਸ਼ਹੀਦ ਹੋ ਗਏ ਤੇ ਗੁਰੂ ਸਾਹਿਬ ਜੀ ਫਿਰ ਵੀ ਚੜ੍ਹਦੀ ਕਲਾ ਦੇ ਵਿੱਚ ਰਹੇ। ਲੇਸ਼ ਮਾਤਰ ਜਿਨ ਮੋਹ ਨਾ ਹੋਇਓ, ਮਹਾਬੀਰ ਸ਼ਤਰਣ ਘਰ ਖੋਇਓ। ਜਿਨ੍ਹਾਂ ਦੇ ਅੰਦਰ ਚਾਰੇ ਸਾਹਿਬਜ਼ਾਦੇ ਸ਼ਹੀਦ ਹੋਣ ਤੋਂ ਬਾਅਦ ਵੀ ਲੇਸ਼ ਮਾਤਰ ਕੋਈ ਰੋਸ ਪੈਦਾ ਨਹੀਂ ਹੋਇਆ, ਸਗੋਂ ਉਹ ਸ਼ੁਕਰ ਵਿੱਚ ਜੁੜੇ। ਤੇ ਸ਼ੁਕਰ ਵਿੱਚ ਜੁੜ ਕੇ ਉਹਨਾਂ ਨੇ ਇਹ ਕਿਹਾ ਸੀ ਕਿ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ, ਜੋ ਚਿਤ ਚਹਿਤ ਕਰਤ ਤਤਕਾਲਾ, ਤਉ ਚਲੇ ਜਿਮ ਨਰਗਣ ਚਾਲਾ। ਔਰ ਸਿੰਘ ਕਹਿੰਦੇ ਨੇ ਭਾਈ ਜੀ, ਤੁਸੀਂ ਤਾਂ ਜਾਣਦੇ ਹੋ ਕਿ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਜੋ ਕੁਛ ਚਾਹਣ ਉਹ ਕੁਛ ਕਰ ਸਕਦੇ ਸਨ। ਇਹ 10 ਲੱਖ ਵੈਰੀ ਕੀ 10 ਕਰੋੜ ਵੀ ਆ ਜਾਂਦਾ, ਇੱਕ ਬਚਨ ਕਰਦੇ ਤੇ ਸਭ ਨੂੰ ਮੌਤ ਦੇ ਘਾਟ ਉਤਾਰ ਦੇਣਾ ਸੀ। ਪਰ ਗੁਰੂ ਸਾਹਿਬ ਜੀ ਨੇ ਮਰਿਆਦਾ ਇਵੇਂ ਰੱਖੀ ਜਿਵੇਂ ਆਮ ਮਨੁੱਖ ਸੂਰਬੀਰ ਯੋਧੇ ਲੜਦੇ ਨੇ। ਉਹਨਾਂ ਨੇ ਆਪਣੀਆਂ ਕਰਾਮਾਤਾਂ ਨਹੀਂ ਵਿਖਾਈਆਂ। ਜਿਨ ਮਹਿ ਅਤ ਉਤਸਾਹ ਥਰਿਓ ਹੈ, ਆਗੇ ਅਸ ਕਿਨਹੂ ਨਾ ਕਰਿਓ ਹੈ। ਜਿਨ੍ਹਾਂ ਦੇ ਵਿੱਚ ਇੰਨਾ ਉਤਸ਼ਾਹ ਸੀ ਚਾਰ ਸਾਹਿਬਜ਼ਾਦੇ ਸ਼ਹੀਦ ਹੋਣ ਤੋਂ ਬਾਅਦ ਵੀ, ਇਸ ਤਰ੍ਹਾਂ ਪਹਿਲੋਂ ਨਾ ਕਦੇ ਕਿਸੇ ਨੇ ਕੀਤਾ ਸੀ ਔਰ ਨਾ ਰਹਿੰਦੀ ਦੁਨੀਆ ਵਿੱਚ ਕੋਈ ਕਰ ਸਕੇਗਾ। ਜੰਗ ਦੁਨੀਆ ਦੇ ਵਿੱਚ ਪਹਿਲੋਂ ਵੀ ਹੁੰਦੇ ਰਹੇ, ਹੁਣ ਵੀ ਹੁੰਦੇ ਨੇ, ਅੱਗੇ ਵੀ ਹੁੰਦੇ ਰਹਿਣੇ ਨੇ। ਪਰ ਪਹਿਲੋਂ ਵੀ, ਅੱਜ ਵੀ ਤੇ ਅੱਗੇ ਵੀ ਰਾਜੇ ਜਿਹੜੇ ਨੇ ਆਪਣਾ ਪਰਿਵਾਰ ਬੱਚੇ ਬਚਾ ਕੇ ਰੱਖਦੇ ਨੇ, ਕਿਉਂਕਿ ਸਰਹੱਦਾਂ ਤੇ ਬਗਾਨੀਆਂ ਮਾਵਾਂ ਤੇ ਪੁੱਤਾਂ ਨੂੰ ਭੇਜਦੇ ਨੇ।
और फिर परवाह नहीं करते मरनगे तू ना मरना है। पर वो धन गुरु कलगीधर पातशाह जी जो कुछ कर गए इवें दा किन्ने करना है। अथ पित अधिक नुरंगा पह्यो सब देशन को राजा थयो। ਸਿੰਘ ਕਹਿੰਦੇ ਨੇ ਭਾਈ ਜੀ औरंगजेब ਜਿਹੜਾ एडा ਵੱਡਾ ਉਹ ਜ਼ਾਲਮ ਹੋਇਆ, ਸਾਰੇ ਦੇਸ਼ਾਂ ਦਾ ਰਾਜ ਵੀ ਉਹਦੇ ਕੋਲ ਹੋ ਗਿਆ। ਦਵੈ ਬਿਸੰਤ ਲਛ ਸੈਨਾ ਸੰਗ 10,000 ਤੋਪੈ ਗੜ ਭੰਗ। ਉਹ औरंगजेब ਨੁਰੰਗਾ ਜਿਹਦੇ ਕੋਲ 22 ਲੱਖ ਸੈਨਾ ਸੀ, ਜਿਹਦੇ ਕੋਲ ਕਿਲੇ ਤੋੜਨ ਵਾਲੀਆਂ 10,000 ਵੱਡੀਆਂ ਤੋਪਾਂ ਸਨ, और 50,000 जमूरे और यौन को कीन सब चूरे। और जिंदे कोल छोटे जमूरे छोटियां तोपां 50,000 सन, और जिंदे कोल एडी वड्डी सैना एडा असला। गुरु साहब ने उनका हंकार भी चूरो चूर किया। अपर सैन जो राजन केरे गणा कौन संग चले कनेरी। ते कल्ले 22 ਲੱਖ सैना नूरंगे दी सी, ते बाकी होर जिहड़े छोटे छोटे राजे सन वो भी तो सारे नूरंगे के अधीन सन। वो किन्नी को गिनती किन्नी को सैना उन्होंने तो गिनती कोई नहीं। जिसको तेज सह नह को सकल मिलै बंदे कर दो। कि जेड़े नूरंगे दे अगे किसी राजे का जोर नहीं चलिया, सगों जिन्ने भी राजे भावें ये 22 पहाड़ के राजे ने, भावें होर छोटे छोटे हिंदू तुर्क राजे ने, ये सारे औरंगजेब के अगे हथ जोड़ के खलोते सन। ते सो अर कै करन लड़ाई सिंह अलप ले संग सहाई। ते धन गुरु कलगीधर पातशाह जी ने एडे वड्डे उस औरंगजेब बादशाह के नाल थोड़े जे सिंह लैके आए पूरा अगे अड़ के, और 7 महीने वक्त पा के रखे सी। आनंदपुर साहब के विच घेरा पाई रखे, बिगाड़ कुछ नहीं सके। थोड़े जे सिंह लैके गुरु साहब जी ने मुकाबला किया। गुरबिन समरथ अपर ना लहीए तिस कलगे धरन के गुण कहिए। सिंह कहते हैं कि भाई साहब जी गुरु साहब की समर्था ये गुरु साहब की है, उन्होंने बराबर ना कोई होया ना किसी होना है। हुण सिंह कहते हैं भाई साहब जी उस गुरु कलगीधर पातशाह जी की सानू कथा वर्णन करके सुनाओ। अस तुर कण के जरा उखारे कीन राज बहु पुस्तन भारे। कहते ऐसे सतगुरु जी जिन्होंने तुरकां दी ऐसा जड़ा पट्टियां कि जिन्हों ने अज तक पुस्त दर पुस्त राज करते आए सन, उन्होंने राज भाग की जड़ें खत्म कर दी। दीर्घ दुर्ग मवास बडेरे होए 400 परहे नाहेरे। जेड़े बादशाह के कोल राजे कोल वड्डे वड्डे किले सन, रख्या के स्थान सन, वो सारे तबाह किते। वो कोई अज नज़र ही नहीं आता। भाई राम कोयर तुम लहो सरबरेत सो समरथ अहो। सिंह कहते हैं भाई राम कोयर जी तुसीं ते सारे तरीके दे नाल समरथ हो, इसलिए गुरु साहब जी की कथा तुसीं केवल जानते नहीं, तुसीं ते अपनी अखी देखी है। वो कथा सानू लिखवाओ। करो लिखावण गुर के कथा पेखे सुने सुनावो तथा। भाई जी गुरु साहब जी की कथा लिखवाओ जिहड़ी तुसीं अपने अखी वेखी, जिहड़ी तुसीं सिंघां तो सुनी, जिहड़ी तुसीं कितों पढ़ी, वो सारी लिखवाओ। प्रथम अष्ट गुरन के कथा करो सुनावण पे जग जथा। हुण भाई राम कोयर नूं सिंह बेनती करते हैं कि पहलों 8 गुरु साहिबाना की कथा लिखवाओ, पहली पातशाही तो लैके 8वीं पातशाही तक जिवें जगत में जो कुछ होया बीत्या वो सारा कुछ लिखाओ। जिम चरित्र बर अणक प्रकारे करनार सिख्या समूह उधारे। जिवें उन्होंने अनेक प्रकार के चरित्र ने,
ਜਿਵੇਂ ਸਿੱਖਾਂ ਸੰਗਤਾਂ ਦਾ ਉਹਨਾਂ ਨੇ ਉਧਾਰ ਕੀਤਾ। 8 ਪਾਤਸ਼ਾਹੀ ਹੈ, ਧੰਨ ਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਤੱਕ। ਕਿਉਂਕਿ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਕਥਾ ਸਿੱਖ ਜਿਹੜੇ ਨੇ ਪਹਿਲੋਂ ਸੁਣ ਚੁੱਕੇ ਸਨ। ਪਾਛੇ ਸੰਗਤ ਸਿੱਖ ਸਮਾਜੂ, ਪੰਥ ਖਾਲਸਾ ਸਿੰਘਣ ਰਾਜੂ। ਤੇ ਬਾਅਦ ਵਿੱਚ ਫਿਰ ਸਾਰੀ ਸੰਗਤ ਪੰਥ ਖਾਲਸਾ ਸਿੰਘਾਂ ਦਾ ਜਿਵੇਂ ਰਾਜ ਆਇਆ ਉਹਦੇ ਬਾਰੇ ਵੀ ਸੁਣਾਇਓ। ਪਠਮੇ ਤੇ ਗੁਰ ਕੋ ਜਸ ਜਾਣੈ, ਸੋ ਮਤਵੰਤ ਬਹੁ ਭਾਂਤ ਬਖਾਨੈ। ਕਿਉਂਕਿ ਗੁਰੂ ਸਾਹਿਬ ਦੀਆਂ ਕਥਾ ਕਹਾਣੀਆਂ ਪੜ੍ਹ ਕੇ ਸੁਣ ਕੇ ਉਹਨਾਂ ਦੇ ਜਸ ਬਾਰੇ ਜਾਣਾਂਗੇ। ਵਿਦਵਾਨ ਨੇ ਮਤਵਾਨ ਨੇ ਜਿਹੜੇ ਕਈ ਭਾਂਤ ਭਾਂਤ ਵਿਖਿਆਨ ਕਰਨਗੇ। ਔਰ ਸਤਿਗੁਰੂ ਜੀ ਕਹਿੰਦੇ ਨੇ ਕਿਉਂਕਿ ਗੁਰੂ ਦੀਆਂ ਕਥਾ ਕਹਾਣੀਆਂ ਨੇ। ਕਹਾਣੀਆਂ ਬਬਾਣੀਆਂ ਪੁੱਤ ਸੁਪੁੱਤ ਕਰੇ। ਇਹ ਗੁਰੂ ਕੇ ਸਿੱਖ ਪੁੱਤਰ ਖਾਲਸਾ ਪੰਥ ਇਹ ਅੱਗੇ ਉਹਨਾਂ ਦੀ ਕਥਾ ਕਹਾਣੀਆਂ ਕਰੇਗਾ। ਹੋਏ ਗੁਰ ਸਿੱਖਣ ਕੀ ਕਲਿਆਣ, ਅਪਰ ਧਰੇ ਸਰਦਾ ਸੁਣਕਾਣ। ਭਾਈ ਜੀ ਇਹ ਕੇਵਲ ਸਾਡੇ ਤੇ ਪਰਉਪਕਾਰ ਹੀ ਨਹੀਂ, ਇਕੱਲਾ ਸਾਡਾ ਹੀ ਭਲਾ ਨਹੀਂ ਹੋਣਾ। ਇਹ ਕਥਾ ਨੂੰ ਸਿੱਖ ਪੜ੍ਹਨਗੇ ਸੁਣਨਗੇ ਉਹਨਾਂ ਦਾ ਕਲਿਆਣ ਹੋਵੇਗਾ। ਦੂਸਰਾ ਸਿੱਖਾਂ ਦੇ ਜਿਹੜੀ ਸ਼ਰਧਾ ਭਾਵਨਾ ਉਹ ਵਧੇਗੀ। ਸਭਨ ਪਰ ਤੁਮਰੋ ਉਪਕਾਰ, ਸੁਣ ਸੁਣ ਲੈ ਗੁਰਮਤਿ ਕੋ ਧਾਰ। ਤੇ ਭਾਈ ਸਾਹਿਬ ਜੀ ਇਹ ਪਰਉਪਕਾਰ ਸਾਰੇ ਖਾਲਸਾ ਪੰਥ 'ਤੇ ਹੋਏਗਾ। ਕਿਉਂਕਿ ਸਿੱਖ ਖਾਲਸਾ ਪੰਥ ਜਿਹੜਾ ਹੈ ਇਸ ਕਥਾ ਨੂੰ ਸੁਣੇਗਾ, ਸੁਣ ਸੁਣ ਕੇ ਗੁਰਮਤਿ ਦਾ ਧਾਰਨੀ ਹੋਵੇਗਾ, ਗੁਰਮਤਿ ਨੂੰ ਧਾਰਨ ਕਰੇਗਾ, ਖੰਡੇ ਬਾਟੇ ਦੀ ਪਹੁ ਲਏਗਾ। ਸਭ ਸਿੰਘਣ ਕੇ ਬਿਨਤੀ ਸੁਣ ਕੈ, ਭਾਏ ਰਾਮ ਕੋਇ ਰਸਮ ਗੁਣ ਕੈ। ਜਦੋਂ ਇਸ ਤਰ੍ਹਾਂ ਸਾਰੇ ਸਿੰਘਾਂ ਨੇ ਇਕੱਠੇ ਹੋ ਕੇ ਭਾਈ ਰਾਮ ਕੋਇਰ ਨੂੰ ਬੇਨਤੀ ਕੀਤੀ ਤੇ ਭਾਈ ਰਾਮ ਕੋਇਰ ਨੇ ਬੇਨਤੀ ਸੁਣੀ ਤੇ ਇਸ ਕਾਰਜ ਨੂੰ ਸਮਝ ਵੀ ਗਏ ਕਿ ਕਾਰਜ ਕਰਨਾ ਕਿਵੇਂ ਹੈ। ਸਾਹਿਬ ਸਿੰਘ ਲਿਖਾਰੇ ਲਾਇਵ, ਸਭ ਸਤਿਗੁਰ ਕੇ ਕਥਾ ਲਿਖਾਇਵ। ਕਹਿੰਦੇ ਉਦੋਂ ਭਾਈ ਸਾਹਿਬ ਸਿੰਘ ਜੀ ਜਿਹੜੇ ਪਹਿਲੇ ਲਿਖਾਰੀ ਹੋਏ, ਭਾਈ ਰਾਮ ਕੌਰ ਜੀ ਨੇ ਕਥਾ ਸੁਣਾਈ। ਭਾਈ ਸਾਹਿਬ ਸਿੰਘ ਜੀ ਲਿਖਾਰੀ ਸਨ, ਉਹਨਾਂ ਨੇ ਲਿਖੀ। ਔਰ ਬੇਨਤੀ ਫਿਰ ਕਰਦੇ ਭਾਈ ਕਵੀ ਸੰਤੋਖ ਸਿੰਘ ਜੀ ਨੂੰ ਫਿਰ ਇਹ ਭਾਈ ਸਾਹਿਬ ਸਿੰਘ ਦੀ ਲਿਖੀ ਹੋਈ ਜਿਹੜੀ ਕਹਿੰਦੀ ਗ੍ਰੰਥ ਮਿਲਿਆ, ਉੱਥੋਂ ਭਾਈ ਸਾਹਿਬ ਸਿੰਘ ਦੇ ਇਸ ਗ੍ਰੰਥ ਤੋਂ ਕਵੀ ਸੰਤੋਖ ਸਿੰਘ ਨੇ ਫਿਰ ਉਤਾਰਾ ਕੀਤਾ, ਉਹਨਾਂ ਨੂੰ ਕਵਿਤਾ ਦਾ ਰੂਪ ਦਿੱਤਾ। ਸਾਹਿਬ ਸਿੰਘ ਲਿਖਾਰੇ ਲਾਇਵ, ਸਭ ਸਤਿਗੁਰ ਕੇ ਕਥਾ ਲਿਖਵਾਇਵ। ਭਾਈ ਸਾਹਿਬ ਸਿੰਘ ਨੂੰ ਲਿਖਾਰੀ ਲਾਇਆ ਗਿਆ। ਭਾਈ ਰਾਮ ਕੋਇਰ ਜੀ ਕਥਾ ਸੁਣਾਉਂਦੇ ਗਏ, ਭਾਈ ਸਾਹਿਬ ਸਿੰਘ ਜੀ ਲਿਖਦੇ ਗਏ। ਅਪਰ ਸਿੰਘ ਸੁਣਬੇ ਗਣ ਲਾਗੇ, ਸ੍ਰੀ ਗੁਰ ਕੇ ਗੁਣ ਸੋ ਅਨੁਰਾਗੇ। ਬਾਕੀ ਸਿੰਘ ਜਿਹੜੇ ਨੇ ਉਹ ਸੰਗਤ ਰੂਪ ਵਿੱਚ ਬੈਠਦੇ ਨੇ। ਭਾਈ ਰਾਮ ਕੋਇਰ ਜੀ ਕਥਾ ਸੁਣਾਉਂਦੇ ਨੇ, ਸਿੰਘ ਸੁਣਦੇ ਨੇ। ਭਾਈ ਸਾਹਿਬ ਸਿੰਘ ਜੀ ਉਹ ਜਿਹੜਾ ਸਪੀਡ ਦੇ ਨਾਲ ਲਿਖੀ ਆਉਂਦੇ ਨੇ। ਜੁਗ ਲੋਕਣ ਮਹਿ ਦੇ ਕਲਿਆਣ, ਮਹਾ ਮਹਾਤਮ ਗੁਣ ਬੇਕਾਣ। ਔਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਹ ਜਿਹੜੀ ਕਥਾ ਕੇਵਲ ਇਸ ਲੋਕ ਵਿੱਚ ਹੀ ਨਹੀਂ, ਇਹ ਲੋਕ ਤੇ ਪਰਲੋਕ ਦੇ ਵਿੱਚ ਦੋਵਾਂ ਦੇ ਵਿੱਚ ਸਿੱਖਾਂ ਦਾ ਜਿਹੜੇ ਸੁਣਨਗੇ ਜਿਹੜੇ ਸੁਣਾਉਣਗੇ ਉਹਨਾਂ ਦਾ ਭਲਾ ਕਰੇਗੀ। ਸੁਤ ਬਿਤ ਆਦਿਕ ਕੇ ਸੁਖ ਦਾਤਾ, ਕਸ਼ਟ ਕਾਟ ਪੇ ਕੇ ਬ੍ਰਹਮ ਗਿਆਤਾ। ਤੇ ਕਹਿੰਦੇ ਨੇ ਕੇਵਲ ਲੋਕ ਪਰਲੋਕ ਹੀ ਸੁਖਿਆ ਨਹੀਂ ਕਰੇਗੀ। ਇਹ ਗੁਰੂ ਦੀ ਕਥਾ, ਇਹ ਗੁਰੂ ਦੀ ਕਹਾਣੀ, ਇਹ ਪੁੱਤਰਾਂ ਦੇ ਵੀ ਦਾਤੀ ਹੈ। ਕਹਿੰਦੇ ਸੁਤ ਬਿਤ ਆਦਿਕ ਕੀ ਸੁਖ ਦਾਤਾ, ਭਾਵ ਕਿ ਧੀ ਪੁੱਤਰ ਦੀ ਲੋੜ ਹੋਵੇ, ਸਰਦਾ ਭਾਵਨਾ ਨਾਲ ਇਸ ਕਥਾ ਨੂੰ ਕੋਈ ਸੁਣੇ ਕੋਈ ਸੁਣਾਏ ਉਹ ਮਿਲੇਗਾ। ਬਿਤ ਦਾ ਅਰਥ ਹੈ ਕਿ ਆਰਥਿਕ ਜਿਹੜੀਆਂ ਜ਼ਰੂਰਤਾਂ ਨੇ ਉਹ ਪੂਰੀਆਂ ਹੋਣਗੀਆਂ। ਇਹ ਸੁੱਖਾਂ ਦੀ ਦਾਤੀ ਹੈ। ਔਰ ਵੱਡੀ ਗੱਲ ਇਹ ਬ੍ਰਹਮ ਦਾ ਗਿਆਨ ਦੇਣ ਵਾਲੀ ਹੈ। ਔਰ ਸ਼ਰਦਾ ਧਾਰ ਸੁਣੈ ਸੁਣਾਵੈ, ਗੁਰ ਸਹਾਏ ਤੇ ਮੁਕਤੀ ਪਾਵੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਹ ਗੁਰੂ ਕੇ ਇਤਿਹਾਸ ਦੀ ਕਥਾ
देखो कथा करी तो मैं भी जाना, सुनी आप भी जानते हो। पर इस तरह नहीं कवि संतोख सिंह जी लिखते हैं, जेडे श्रद्धा धारण करके इस कथा को करनगे, वो चाहे कोई सुनावे चाहे कोई सुने, इस कथा को श्रद्धा के नाल सुनेगा सुनावेगा, उन्होंने गुरु की कृपा मिलेगी, उन्होंने जीवन मुक्ति प्राप्त होएगी। इत्थे कविराज ने ये अध्याय खत्म किया है। हुण अगले अध्याय तो भाई राम कोयर जी ये कथा सुनाउणी शुरू करनगे, और ये कथा धन गुरु नानक साहब जी तो जिवें वो सारी आपां सुणाए हैं, उन्हां तो अगे भाई उन्हां दे जिहड़े साहिबजादे ने बाबा श्री चंद जी, बाबा लखमी चंद जी, ये सारी कथा सुनाउणगे। धन गुरु नानक साहब जी का संखेप जा इतिहास कह के, बाबा श्री चंद बाबा लखमी चंद का प्रसंग कह के, फिर अगे धन गुरु अंगद देव सच्चे पातशाह जी की कथा जी है वो प्रारंभ होनी है। समय के मुताबिक इतनी बेनती प्रवान करनी है। इत्थे पंजवां अध्याय भी खत्म होया है। कोई भुल्लां दी खिमा। आओ 1-2 मिनट रसना दे नाल हाजिरी लवाइए, फिर समाप्ति है जी। वाहेगुरु 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 वाहेगुरु। वाहेगुरु वाहे